ਸਤਿ ਸ਼੍ਰੀ ਅਕਾਲ ਸਟੂਡੈਂਟਸ, ਮਾਈਸੈਲਫ ਸੰਕਲਪ ਗੁਪਤਾ। ਕੱਲ ਦਾ ਜਿਵੇਂ ਅਸੀਂ ਟੌਪਿਕ ਛੱਡਿਆ ਸੀਗਾ ਅਮੈਂਡਮੈਂਟ ਆਫ ਪ੍ਰੀਐਂਬਲ ਦਾ, ਅੱਜ ਅਸੀਂ ਉਹ ਕੰਟੀਨਿਊ ਕਰਾਂਗੇ। ਫਿਰ ਅਸੀਂ ਇੱਕ ਨਵਾਂ ਟੌਪਿਕ ਸ਼ੁਰੂ ਕਰਨ ਜਾ ਰਹੇ ਹਾਂ ਅੱਜ, ਜਿਹਦੇ ਵਿੱਚ ਅਸੀਂ ਫੰਡਾਮੈਂਟਲ ਰਾਈਟਸ ਪੜ੍ਹਾਂਗੇ, ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪਾਲਿਸੀ ਪੜ੍ਹਾਂਗੇ, ਫੰਡਾਮੈਂਟਲ ਡਿਊਟੀਜ਼ ਬਾਰੇ ਪੜ੍ਹਾਂਗੇ। ਸੋ ਸਾਡਾ ਲੈਕਚਰ ਹੁਣ ਆਉਣ ਵਾਲੇ ਹਫਤੇ ਦੇ ਵਿੱਚ 3 ਚੀਜ਼ਾਂ 'ਚ ਡਿਵਾਈਡ ਹੋਏਗਾ, ਜਿਹਦੇ ਵਿੱਚ ਅਸੀਂ ਪਹਿਲੇ 2 ਲੈਕਚਰਸ ਦੇਵਾਂਗੇ ਫੰਡਾਮੈਂਟਲ ਰਾਈਟਸ ਨੂੰ, DPSPs ਨੂੰ ਜਿਹੜੇ ਸਾਡੇ ਡਾਇਰੈਕਟਿਵ ਪ੍ਰਿੰਸੀਪਲਸ ਹੈ ਉਹਨਾਂ ਨੂੰ ਸ਼ਾਇਦ 1 ਲੈਕਚਰ 'ਚ ਕੰਪਲੀਟ ਹੋ ਜਾਣ, ਅਤੇ ਫੰਡਾਮੈਂਟਲ ਡਿਊਟੀਜ਼ 'ਤੇ ਹਾਫ ਲੈਕਚਰ ਦਾ ਕੰਮ ਹੈ। ਸੋ ਇਹ ਬਹੁਤ ਇੰਪੋਰਟੈਂਟ ਨੇ ਬਿਕੋਜ਼ ਲਾਈਕ ਕੌਨਸਟੀਟਿਊਸ਼ਨ ਦਾ ਬੇਸਿਕ ਪਾਰਟ ਹੈ ਫੰਡਾਮੈਂਟਲ ਰਾਈਟਸ ਐਂਡ ਆਲ, ਅਤੇ ਇਹਨਾਂ 'ਚ ਕੁਐਸਚਨ ਆਉਣ ਦੀ ਸੰਭਾਵਨਾ ਕਾਫੀ ਹੈ। ਸੋ ਉਸ ਤੋਂ ਪਹਿਲਾਂ ਕੱਲ ਅਸੀਂ ਛੱਡਿਆ ਸੀ ਅਮੈਂਡਮੈਂਟ ਆਫ ਪ੍ਰੀਐਂਬਲ 'ਤੇ। ਜਿਹੜੀ ਸਟੂਡੈਂਟਸ ਅਮੈਂਡਮੈਂਟ ਹੁੰਦੀ ਹੈ ਪ੍ਰੀਐਂਬਲ ਦੀ, ਮੀਨ ਸੰਵਿਧਾਨ 'ਚ ਜੇ ਕੁਝ ਵੀ ਅਸੀਂ ਬਦਲਾਵ ਕਰਨੇ ਆ ਅਤੇ ਉਹਨੂੰ ਅਸੀਂ ਕਿਹਦੇ ਵਿੱਚ ਪਾਵਾਂਗੇ, ਅਮੈਂਡਮੈਂਟ ਪ੍ਰੋਸੀਜਰ ਚੈੱਕ ਕਰਾਂਗੇ। ਸੋ ਅਮੈਂਡਮੈਂਟ ਆਫ ਪ੍ਰੀਐਂਬਲ ਪਹਿਲੀ ਗੱਲ ਕਿਵੇਂ ਹੁੰਦੀ ਹੈ ਅਤੇ ਕਦੋਂ ਹੋਈ ਸੀ, ਇਹ ਸਾਡੇ 2 ਕੁਐਸਚਨ ਹੈ। 42nd ਅਮੈਂਡਮੈਂਟ 1976, after the judgment of Keshav Nanda Bharati case, it was accepted that preamble is the part of constitution। ਤੁਹਾਨੂੰ ਪਿਛਲੀ ਸਲਾਈਡਸ 'ਤੇ ਸਟੂਡੈਂਟਸ ਮੈਂ 3 ਚੀਜ਼ਾਂ ਦੱਸੀਆਂ ਸੀਗੀਆਂ ਕਿ ਜਿਹੜਾ ਅਮੈਂਡਮੈਂਟ ਹੁੰਦੀ ਸੀਗੀ ਕਿ ਤੇ ਯੂਨੀਅਨ ਆਫ ਇੰਡੀਆ ਵਰਸਸ LIC ਵਰਸਸ ਯੂਨੀਅਨ ਆਫ ਇੰਡੀਆ ਦਾ ਕੇਸ ਸੀਗਾ, ਉਹਦੇ ਅਕੋਰਡਿੰਗਲੀ ਕੀ ਕਹਿਤਾ ਸੀ ਅਸੀਂ ਕਿ ਪ੍ਰੀਐਂਬਲ ਇਜ਼ ਦਾ ਪਾਰਟ ਆਫ ਕੌਨਸਟੀਟਿਊਸ਼ਨ, ਅਤੇ ਕੇਸ਼ਵ ਨੰਦਾ 'ਚ ਵੀ ਯੈਸ ਕਿਹਾ ਸੀ, ਬਟ ਕਿਹਦੇ 'ਚ ਨਹੀਂ ਕਿਹਾ ਸੀ ਪਲੀਜ਼ ਮੈਨੂੰ ਕਮੈਂਟ ਸੈਕਸ਼ਨ 'ਚ ਲਿਖ ਕੇ ਦੱਸੋ ਕਿ ਇਨ ਵਿਚ ਕੇਸ ਕੌਨਸਟੀਟਿਊਸ਼ਨ ਵਾਜ਼ ਡਿਕਲੇਅਰਡ ਨਾਟ ਦਾ ਪਾਰਟ ਆਫ ਕੌਨਸਟੀਟਿਊਸ਼ਨ। ਉਹ ਪਲੀਜ਼ ਤੁਸੀਂ ਮੈਨੂੰ ਲਿਖ ਕੇ ਦੱਸੋ ਕਮੈਂਟ ਬਾਕਸ ਦੇ ਵਿੱਚ। ਓਕੇ ਸਟੂਡੈਂਟਸ, ਜਿਹੜਾ ਕਿ ਫਿਰ ਉਸ ਤੋਂ ਬਾਅਦ ਅਸੀਂ ਕੇਸ ਇੱਦਾਂ ਦਾ ਪਰਸਿਊ ਕਰਦੇ ਹਾਂ। ਹੁਣ ਜਦੋਂ ਕੌਨਸਟੀਟਿਊਸ਼ਨ ਪਾਰਟ ਬਣ ਗਿਆ, ਅਮੈਂਡਮੈਂਟ ਮਤਲਬ ਪ੍ਰੀਐਂਬਲ ਇਜ਼ ਦਾ ਪਾਰਟ ਆਫ ਕੌਨਸਟੀਟਿਊਸ਼ਨ, ਤਾਂ ਉਹਨੂੰ ਅਸੀਂ ਅਮੈਂਡ ਕਰ ਸਕਦੇ ਹਾਂ। ਹੁਣ ਉਹਦੀ ਅਮੈਂਡਮੈਂਟ ਕਿਹਦੇ ਅੰਡਰ ਆਏਗੀ, 368 ਦੇ ਅੰਡਰ, ਆਰਟੀਕਲ 368। ਇਹ ਲੈਕਚਰ ਤੁਹਾਨੂੰ ਮੈਂ ਪਹਿਲਾਂ ਵੀ ਕਰਾਇਆ ਅਮੈਂਡਮੈਂਟ ਪ੍ਰੋਸੀਜਰ ਦਾ। ਆਰਟੀਕਲ 368 ਬੇਸਿਕਲੀ ਕੀ ਹੁੰਦੀ ਹੈ, ਸਪੈਸ਼ਲ ਮੈਜੋਰਿਟੀ, ਅਤੇ ਸਪੈਸ਼ਲ ਮੈਜੋਰਿਟੀ ਦਾ ਤੁਹਾਨੂੰ ਮੈਂ ਸਟੂਡੈਂਟਸ ਸਾਰਾ ਕੰਸੈਪਟ ਸਮਝਾ ਚੁੱਕਿਆ ਵਾਂ। ਪਲੀਜ਼ ਕਮੈਂਟ ਸੈਕਸ਼ਨ ਦੇ ਵਿੱਚ ਮੈਨੂੰ ਦੱਸੋ ਕਿ ਜਿਹੜੀ ਸਪੈਸ਼ਲ ਮੈਜੋਰਿਟੀ ਹੁੰਦੀ ਹੈ ਉਹਦੇ ਵਿੱਚ ਕੀ 2 ਚੀਜ਼ਾਂ ਰਿਕੁਆਇਰਡ ਹੁੰਦੀਆਂ, ਜਿੱਦਾਂ ਕਿ 2/3 ਆਫ ਦਾ ਵੋਟਿੰਗ ਐਂਡ 50%। ਇਹ ਪਲੀਜ਼ ਤੁਸੀਂ ਮੈਨੂੰ ਕਮੈਂਟ ਸੈਕਸ਼ਨ 'ਚ ਲਿਖ ਕੇ ਦੱਸੋ। ਸੋ ਆਰਟੀਕਲ 368 ਦੇ ਅੰਡਰ ਅਸੀਂ ਅਮੈਂਡਮੈਂਟ ਕਿਹਦੀ ਕਰ ਸਕਦੇ ਹਾਂ, ਪ੍ਰੀਐਂਬਲ ਦੀ ਵੀ। ਲੇਕਿਨ ਇੱਕ ਬਹੁਤ ਹੀ ਇੰਪੋਰਟੈਂਟ ਚੀਜ਼ ਤੋਂ ਤੁਸੀਂ ਦਿਮਾਗ 'ਚ ਰੱਖਣੀ ਹੈ, ਅਤੇ ਸਲਾਈਡ ਤੋਂ ਬਾਅਦ ਤੁਹਾਨੂੰ 1 ਲਾਈਨ ਲਿਖਵਾਵਾਂਗਾ ਸਾਰ ਇਸ ਪੂਰੀ ਸਲਾਈਡ ਦਾ, ਅਤੇ ਉਹੀ ਕੁਐਸਚਨ ਆਉਣਾ ਤੁਹਾਨੂੰ ਪੇਪਰ 'ਚ। The basic structure of the preamble cannot be amended। ਜਿਹੜਾ ਬੇਸਿਕ ਸਟਰਕਚਰ, ਬੇਸਿਕ ਕੀ ਹੁੰਦਾ ਸਾਡਾ ਇੱਕ ਮਤਲਬ ਬੇਸਿਕ ਚੀਜ਼ ਕਹਿ ਲਓ ਕਿ ਇੱਕ ਚੀਜ਼ ਹੁੰਦੀ ਨਾ ਜਿਹਦੀ ਸਭ ਤੋਂ ਇੰਪੋਰਟੈਂਟ ਚੀਜ਼ ਹੁੰਦੀ ਹੈ, ਠੀਕ ਹੈ, ਜੋ ਉਹ ਨਹੀਂ ਚੇਂਜ ਹੋ ਸਕਦੀ। ਅਸੀਂ ਸਪੋਜ਼ ਕਰੋ ਕੋਈ ਚੀਜ਼ 'ਚ ਬਦਲਾਵ ਕਰਨਾ, ਬਟ ਅਸੀਂ ਕਹਿੰਦੇ ਸਭ ਕੁਝ ਚੇਂਜ ਹੋ ਜਾਏ, ਬਟ ਇਹ ਨਾ ਹੋਏ। ਕਿਉਂ? ਕਿਉਂਕਿ ਜੇ ਇਹ ਚੇਂਜ ਹੋ ਗਿਆ ਤਾਂ ਪੂਰਾ ਦਾ ਪੂਰਾ ਮੁੱਦਾ ਹੀ ਬਦਲ ਜਾਏਗਾ। ਅਤੇ ਇਹੀ ਕੀ ਹੈ, ਸਾਡਾ ਪ੍ਰੀਐਂਬਲ ਆ। ਪ੍ਰੀਐਂਬਲ ਦੇ ਵਿੱਚ ਅਸੀਂ ਬੇਸਿਕ ਸਟਰਕਚਰ ਨੂੰ ਨਹੀਂ ਚੇਂਜ ਕਰ ਸਕਦੇ। ਜਿਵੇਂ ਕਿ ਉਹਦੇ ਵਿੱਚ ਅਸੀਂ ਕਹਿ ਦਈਏ ਕਿ ਜੇ ਸਾਡੀ ਕੰਟਰੀ ਡੈਮੋਕ੍ਰੇਟਿਕ ਹੀ ਨਹੀਂ ਹੈ, ਡੈਮੋਕ੍ਰੇਸੀ ਨੂੰ ਹਟਾ ਦਿਓ, ਤਾਂ ਬੇਸਿਕ ਡੈਮੋਕ੍ਰੇਸੀ ਹੈ ਸਾਡੀ ਬੇਸਿਕ ਸਟਰਕਚਰ, ਠੀਕ ਹੈ। ਜੇ ਅਸੀਂ ਉਹਦੇ ਵਿੱਚ ਫੰਡਾਮੈਂਟਲ ਰਾਈਟਸ ਨੂੰ ਕਹਿ ਦਿੰਦੇ ਉਡਾ ਦਿੰਦੇ ਹਾਂ, ਸਾਡੇ ਬੇਸਿਕ ਸਟਰਕਚਰ ਹੈ। ਸੋ ਬੇਸਿਕ ਸਟਰਕਚਰ ਕੈਨੋਟ ਬੀ ਅਮੈਂਡਡ, ਲੇਕਿਨ ਵੈਸੇ ਅਸੀਂ ਅਮੈਂਡ ਕਰ ਸਕਦੇ ਹਾਂ because the structure of the constitution is based on the basic elements of the preamble। As of now the preamble has been amended only once। ਅੱਜ ਤੱਕ ਸਿਰਫ 1 ਵਾਰ preamble amend ਹੋਇਆ ਹੈ, ਉਹ ਕਿਹੜੀ amendment ਦੇ ਥਰੂ ਹੋਇਆ ਹੈ, 42nd amendment 1976। ਤੇ 3 words ਐਡ ਹੁੰਦੇ ਆ ਸਾਡੇ amendment ਦੇ ਨਾਲ, ਜਿਨ੍ਹਾਂ ਨੂੰ ਪਤਾ ਹੈ ਪਲੀਜ਼ ਕਮੈਂਟ ਸੈਕਸ਼ਨ ਦੇ ਵਿੱਚ ਲਿਖੋ। socialist, secular and integrity। ਆ 3 words ਸਾਡੇ 42ਵੀਂ ਅਮੈਂਡਮੈਂਟ 1976 ਦੇ ਅਕੋਰਡਿੰਗਲੀ ਐਡ ਹੋਈ ਸੀ, ਪ੍ਰੀਐਂਬਲ 'ਚ ਅਮੈਂਡਮੈਂਟ ਹੋਈ, ਅਤੇ ਇਹਨਾਂ 3 words ਨੂੰ ਐਡ ਕੀਤਾ ਗਿਆ ਸੀਗਾ। ਅਰਲੀਅਰ 1976 ਤੋਂ ਪਹਿਲਾਂ ਇਹ 3 words ਸਾਡੇ ਅਮੈਂਡਮੈਂਟ 'ਚ ਪ੍ਰੀਐਂਬਲ 'ਚ ਨਹੀਂ ਸੀ। ਇੱਕ ਹੋਰ ਕੁਐਸਚਨ ਤੁਹਾਨੂੰ ਮੈਂ ਪੁੱਛਣਾ ਚਾਹਾਂਗਾ, ਪਲੀਜ਼ ਕਮੈਂਟ ਸੈਕਸ਼ਨ 'ਚ ਲਿਖਿਓ ਕਿ ਜਿਹੜਾ ਉਹ ਪਹਿਲਾ ਨਾਮ ਸੀਗਾ ਪ੍ਰੀਐਂਬਲ ਦਾ ਉਹ ਕੀ ਸੀ ਜੋ ਜਵਾਹਰ ਲਾਲ ਨਹਿਰੂ ਜੀ ਨੇ ਰੱਖਿਆ ਸੀਗਾ। ਪਲੀਜ਼ ਕਮੈਂਟ ਸੈਕਸ਼ਨ 'ਚ ਸਟੂਡੈਂਟਸ ਲਿਖ ਕੇ ਦੱਸੋ ਅਰਲੀਅਰ ਨੇਮ ਆਫ ਪ੍ਰੀਐਂਬਲ ਕੀ ਸੀਗਾ। ਸਭ ਤੋਂ ਪਹਿਲਾਂ ਜਦੋਂ ਪ੍ਰੀਐਂਬਲ ਜਵਾਹਰ ਲਾਲ ਨਹਿਰੂ ਜੀ ਮਤਲਬ ਲੈ ਕੇ ਆਉਂਦੇ ਇਹਦਾ ਇੱਕ ਆਈਡੀਆ, ਉਸ ਨੂੰ ਕੀ ਕਹਿੰਦੇ ਸੀਗੇ। ਜਿਨ੍ਹਾਂ ਨੇ ਤਾਂ ਸਟੂਡੈਂਟਸ ਦਾ ਆਨਸਰ ਦੇਤਾ ਵੈਰੀ ਗੁੱਡ, ਜਿਨ੍ਹਾਂ ਨੂੰ ਨਹੀਂ ਪਤਾ ਇਸ ਦਾ ਨਾਮ ਸੀਗਾ ਆਬਜੈਕਟਿਵ ਰੈਜ਼ੋਲੂਸ਼ਨ। ਆਬਜੈਕਟਿਵ ਰੈਜ਼ੋਲੂਸ਼ਨ ਨੂੰ ਹੀ ਕੀ ਕਹਿੰਦੇ ਸੀਗੇ,
मतलब ਪ੍ਰੀਐਂਬਲ ਨੂੰ ਕਹਿੰਦੇ ਸੀਗੇ ਆਬਜੈਕਟਿਵ ਰੈਜ਼ੋਲੂਸ਼ਨ। ਸੋ ਸਟੂਡੈਂਟਸ ਅਸੀਂ ਨੈਕਸਟ ਸਲਾਈਡ ਤੇ ਚੱਲਦੇ ਹਾਂ ਇਹਦੇ ਨਾਲ। ਸੋ ਇਹਦੇ ਵਿੱਚ ਤੁਸੀਂ ਇਹ ਚੀਜ਼ ਯਾਦ ਰੱਖਣੀ ਹੈ, ਇੱਕ ਪਹਿਲਾਂ ਤਾਂ ਅਸੀਂ ਜਿੱਦਾਂ ਪਿਛਲੀ ਸਲਾਈਡ 'ਚ ਕੀਤਾ ਸੀਗਾ ਕਿ ਇਸ ਪ੍ਰੀਐਂਬਲ ਪਾਰਟ ਆਫ ਕਨਸਟੀਟਿਊਸ਼ਨ, ਦੋ ਕੁਐਸਚਨ ਤੁਹਾਨੂੰ ਦੱਸਾਂਗਾ। ਇਸ preamble part of constitution, ਇਹਦਾ ਆਨਸਰ ਹੈ ਸਟੂਡੈਂਟਸ ਯੈਸ। ਤੇ ਕਿਹੜੇ ਕੇਸ ਦੇ ਅਕੋਰਡਿੰਗ ਹੈ ਤੁਸੀਂ ਕਮੈਂਟ ਸੈਕਸ਼ਨ 'ਚ ਲਿਖ ਦਿਓ, ਪਿਛਲੀ ਕਲਾਸ 'ਚ ਤੁਹਾਨੂੰ ਇਹ ਕਰਵਾਤਾ ਹੋਇਆ ਹੈ ਨਾ। ਦੂਸਰਾ ਕੁਐਸਚਨ ਜੋ ਮੈਂ ਤੁਹਾਨੂੰ ਪੁੱਛਣਾ ਚਾਹਨਾ, ਕੈਨ preamble be amended? ਇਹਦਾ ਆਨਸਰ ਮੈਨੂੰ ਦੱਸੋ ਸਟੂਡੈਂਟਸ, ਯੈਸ ਔਰ ਨੋ। ਇਹ ਕੈਨ ਬੀ ਅਮੈਂਡਡ ਯੈਸ, ਬਟ ਥੱਲੇ ਲਿਖ ਰਿਹਾ ਸਟੂਡੈਂਟਸ, ਥੋੜੀ ਸਪੇਸ ਦੀ ਪ੍ਰੋਬਲਮ ਹੈ, ਬਟ ਨਾਟ ਦਾ ਬੇਸਿਕ ਸਟਰਕਚਰ। ਉਹਦਾ ਬੇਸਿਕ ਸਟਰਕਚਰ ਨਹੀਂ ਚੇਂਜ ਹੋ ਸਕਦਾ। ਇਹ ਤੁਸੀਂ ਯਾਦ ਕਰਕੇ ਰੱਖੋ ਅੱਛੇ ਤਰੀਕੇ ਨਾਲ, ਡਾਇਰੈਕਟ ਕੁਐਸਚਨਸ ਆ ਸਕਦੇ ਆ ਇਹਦੇ ਵਿੱਚੋਂ। ਪਹਿਲਾ ਕੁਐਸਚਨ ਹੈ, ਇਸ ਪ੍ਰੀਐਂਬਲ ਪਾਰਟ ਆਫ ਕਨਸਟੀਟਿਊਸ਼ਨ? yes. Can preamble be amended? yes, but not its basic structure. ਇਹ ਕੁਐਸਚਨ ਇਹਦੇ ਤੋਂ ਬਾਹਰ ਨਹੀਂ ਆਏਗਾ ਸਟੂਡੈਂਟਸ, ਇਹਨੂੰ ਯਾਦ ਕਰਨਾ ਹੈ। ਤੇ ਤੀਸਰਾ ਕੁਐਸਚਨ ਜੋ ਬਹੁਤ ਇੰਪੋਰਟੈਂਟ ਹੈ ਉਹ ਹੈ, which 3 words were inserted in the preamble? ਕਿਹੜੇ 3 ਅੱਖਰ ਪ੍ਰੀਐਂਬਲ ਦੇ ਵਿੱਚ ਪਾਏ ਗਏ ਸੀ 42ਵੀਂ ਅਮੈਂਡਡ 1976 ਦੇ ਅਕੋਰਡਿੰਗਲੀ? ਸੋਸ਼ਲਿਸਟ, ਸੈਕੂਲਰ ਤੇ ਇੰਟੈਗ੍ਰਿਟੀ। ਇਸ ਤੋਂ ਬਾਹਰ ਕੁਐਸਚਨ ਨਹੀਂ ਆਏਗਾ ਪ੍ਰੀਐਂਬਲ ਚੋਂ, ਇਸ ਦੀ ਅਸੀਂ ਗਰੰਟੀ ਦਿੰਦੇ ਹਾਂ ਤੁਹਾਨੂੰ। ਨੈਕਸਟ ਚੱਲਦੇ ਹਾਂ ਅਸੀਂ ਸਲਾਈਡ ਤੇ। ਇਹਦੇ ਵਿੱਚ ਵੀ ਸਟੂਡੈਂਟਸ ਇਹੀ ਐਕਸਪਲੇਨ ਕੀਤਾ ਹੋਇਆ ਸੀ ਕਿ 3 words ਐਡ ਹੁੰਦੇ ਆ ਸਾਡੇ। The term socialist, secular and integrity were added to the preamble through 42nd Amendment of 1976. Socialist, secular were added between sovereign and democratic. So please write in the comment section कि ਜਿਹੜੇ ਸਾਡੇ basically nature of state ਕਿੱਦਾਂ ਦੀ ਹੈ, ਜਿਹੜੇ 'ਚ 5 ਅੱਖਰ ਅਸੀਂ ਲਿਖੇ ਹੋਏ ਸੀਗੇ, ਤੁਹਾਨੂੰ ਪਤਾ ਹੀ ਹੈ ਕਿਹੜੇ ਕਿਹੜੇ ਸੀਗੇ। ਪਲੀਜ਼ ਕਮੈਂਟ ਸੈਕਸ਼ਨ 'ਚ ਲਿਖੋ ਨੇਚਰ ਆਫ ਸਟੇਟ ਕਿੱਦਾਂ ਦੀ ਕੀ ਸਾਡੀ। ਨੇਚਰ ਆਫ ਸਟੇਟ ਇੱਕ ਸੀਗੀ ਸੋਸ਼ਲਿਸਟ, secular, democratic, republic, ਇਹ ਸਾਰੇ ਸਾਡੇ ਕੀ ਸੀ ਕਿ ਨੇਚਰ ਆਫ ਦ ਸਟੇਟ ਦੇ ਵਿੱਚ ਆਉਂਦੇ ਹੈ। ਤੇ ਯੂਨਿਟੀ ਆਫ ਦ ਨੇਸ਼ਨ ਵਾਸ ਚੇਂਜ ਟੂ ਯੂਨਿਟੀ ਐਂਡ ਇੰਟੈਗ੍ਰਿਟੀ। ਜੋ ਪਹਿਲਾਂ ਯੂਨਿਟੀ ਆਫ ਨੇਸ਼ਨ ਦਾ ਨਾਮ ਹੁੰਦਾ ਸੀਗਾ ਉਹਨੂੰ ਅਸੀਂ ਕੀ ਚੇਂਜ ਕਰਤਾ ਸੀਗਾ, ਯੂਨਿਟੀ ਐਂਡ ਇੰਟੈਗ੍ਰਿਟੀ। ਸੋ ਸਟੂਡੈਂਟਸ ਇਹ ਬਹੁਤ ਹੀ ਇੰਪੋਰਟੈਂਟ ਹੈ ਤੁਹਾਡੇ ਇਹਦੇ ਵਿੱਚ। ਅਸੀਂ ਹੁਣ ਨੈਕਸਟ ਕਰਾਂਗੇ। ਸੋ ਅੱਜ ਦੀ ਕਲਾਸ 'ਚ ਸਟੂਡੈਂਟਸ ਬਹੁਤ ਹੀ ਇੰਪੋਰਟੈਂਟ ਟੌਪਿਕ ਸ਼ੁਰੂ ਹੋਣ ਜਾ ਰਿਹਾ ਹੈ। ਪ੍ਰੀਐਂਬਲ ਤੁਹਾਡਾ ਅੱਜ ਇੱਥੇ ਕਨਕਲੂਡ ਹੁੰਦਾ ਹੈ ਤੇ ਤੁਹਾਨੂੰ ਮੈਂ 2-3 ਚੀਜ਼ਾਂ ਐਕਸਪਲੇਨ ਦੱਸਣਾ ਚਾਹੁੰਦਾ ਨੈਕਸਟ ਸਲਾਈਡ ਸ਼ੁਰੂ ਹੋਣ ਤੋਂ ਪਹਿਲਾਂ। ਕਿ ਇੱਕ ਤਾਂ ਸਟੂਡੈਂਟਸ ਜਿੰਨਾ ਤੁਹਾਡਾ ਹੁਣ ਤੱਕ ਕਵਰ ਹੋਇਆ, ਜਿਵੇਂ ਕਿ ਕਨਸਟੀਟਿਊਸ਼ਨ ਕਵਰ ਹੋ ਚੁੱਕਿਆ, ਉਹਦੇ ਫੀਚਰਸ ਕਵਰ ਹੋਏ ਹੈ, ਪ੍ਰੀਐਂਬਲ ਕਵਰ ਹੋਏ ਹੈ, ਤੇ ਅਸੀਂ 1-2 ਲੈਕਚਰਸ ਤੱਕ ਫੰਡਾਮੈਂਟਲ ਰਾਈਟਸ ਤੇ DPSPs ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ। ਇੱਕ ਤੁਹਾਡੇ ਲਈ ਸਪੈਸ਼ਲ ਲੈਕਚਰ ਆਉਣ ਵਾਲਾ ਜਿਹਦੇ ਵਿੱਚ ਅਸੀਂ ਅਰਾਊਂਡ 100 MCQs ਨੂੰ ਕਰਵਾਵਾਂਗੇ ਤੁਹਾਨੂੰ, 100 MCQ। ਉਹਦੀ ਪੂਰੀ ਇਨਫੋਰਮੇਸ਼ਨ ਅਸੀਂ ਇੱਕ ਸਪੈਸ਼ਲ ਅਲੱਗ ਵੀਡੀਓ ਲੈ ਕੇ ਆਵਾਂਗੇ, ਤੁਹਾਨੂੰ ਇਨਫੋਰਮੇਸ਼ਨ ਦੱਸਾਂਗੇ ਕਿਵੇਂ ਉਸ MCQs ਨੂੰ ਅਸੀਂ ਕਰਨਾ ਹੈ। ਬਟ ਤੁਹਾਨੂੰ ਮੈਂ ਦੱਸਣ ਜਾ ਰਿਹਾ ਕਿ ਅਸੀਂ ਟਾਰਗੇਟ 500 MCQs ਲਾਂਚ ਕਰਨ ਵਾਲੇ ਹਾਂ ਪੋਲਿਟੀ ਤੇ। ਉਹ 500 MCQ ਤੋਂ ਬਾਹਰ ਕੁਐਸਚਨ ਆਉਣ ਦੀ ਸੰਭਾਵਨਾ ਨਹੀਂ ਹੈਗੀ ਤੇ ਤੁਹਾਡਾ ਕੰਮ ਹੈ ਉਹਨਾਂ 500 MCQs ਨੂੰ ਇੱਕ ਅੱਛੀ ਤਰੀਕੇ ਦੇ ਨਾਲ ਇੱਕ ਫਾਰਮੈਟ ਦੇ ਵਿੱਚ ਚੰਗੀ ਤਰ੍ਹਾਂ ਸੋਲਵ ਕਰਨਾ। PDF ਫਾਰਮੈਟ ਤੁਹਾਨੂੰ ਪ੍ਰੋਵਾਈਡ ਕਰ ਦਿੱਤਾ ਜਾਏਗਾ। ਜੋ ਵੀ ਸਟੂਡੈਂਟ ਸਾਡੇ ਨਾਲ ਜੁੜੇ ਹੋਏ ਆ ਟੈਲੀਗ੍ਰਾਮ ਚੈਨਲ ਤੇ ਉਹਨਾਂ ਨੂੰ ਪਤਾ ਹੈ ਰੈਗੂਲਰ PDFs ਆ ਜਾਂਦੀਆਂ ਨੇ। ਕਈ PDFs ਹੈ ਜਿਹੜੀ ਥੋੜੀ ਲੇਟ ਆਉਂਦੀਆਂ, ਉਹ ਹੌਲੀ ਹੌਲੀ ਉਹ ਵੀ ਆ ਜਾਣਗੀਆਂ, ਬਟ ਇਹ ਸਾਰੀ PDFs ਤੁਹਾਨੂੰ ਰੈਗੂਲਰ ਮਿਲਣਗੀਆਂ। ਸੋ ਤੁਹਾਨੂੰ ਟੈਲੀਗ੍ਰਾਮ ਚੈਨਲ ਸਾਡਾ ਜ਼ਰੂਰ ਜੁਆਇਨ ਕਰਨਾ ਪੈਣਾ ਹੈ ਉਹਨਾਂ PDFs ਵਾਸਤੇ। ਸੋ ਤਿਆਰ ਹੋ ਜਾਓ, ਵੈਡਨਸਡੇ ਆਉਣ ਵਾਲੇ ਸ਼ਾਇਦ ਤੁਹਾਨੂੰ ਇੱਕ ਲਾਈਵ ਲੈਕਚਰ ਜਿਸ 'ਚ 100 MCQ ਅਸੀਂ ਕਰਵਾਵਾਂਗੇ ਪੋਲਿਟੀ ਦੇ। ਸੋ ਅੱਜ ਹੁਣ ਨੈਕਸਟ ਟੌਪਿਕ ਇਹ ਸ਼ੁਰੂ ਕਰਨ ਜਾ ਰਹੇ ਹਾਂ ਫੰਡਾਮੈਂਟਲ ਰਾਈਟਸ, ਜੋ ਕਿ ਸਾਡਾ ਪਾਰਟ 3 ਹੈ।
फंडामेंटल ड्यूटी साडा पार्ट 4 है। जस्ट मैं तुहानूं इंट्रोडक्शन दे रहा क्योंकि ये तीन चीज़ां असीं इकट्ठे ही पढ़ते हैं। फंडामेंटल ड्यूटीज़ पार्ट 3 च आंदी है तो फंडामेंटल राइट्स पार्ट 3 च आंदी है, फंडामेंटल ड्यूटीज़ पार्ट 4A च आंदी है। तो ये तो नैक्सट स्लाइड दे विच जिवें DPSPs है, DPSPs ए पार्ट 4 च आंदी है, पार्ट 4, ठीक है। फंडामेंटल राइट्स पार्ट 3, DPSPs पार्ट 4 तो फंडामेंटल ड्यूटीज़ पार्ट 4A। सो पार्ट 4A क्यों लिखा? क्योंकि F51 एक अमेंडमेंट आती है अगे जिदे अकॉर्डिंगली असी फंडामेंटल ड्यूटीज़ नूं इंसर्ट करते हैं अपनी कॉन्स्टिट्यूशन दे विच। ते एक कमेटी का नाम हुंदा स्वर्ण सिंह कमेटी, जिस दे आधार ते फंडामेंटल ड्यूटीज़ नूं असी ऐड करते हैं। हौली हौली जिद्दां ही फंडामेंटल ड्यूटीज़ ते पहुंचांगे तुहानूं असी प्रॉपर करावांगे फंडामेंटल ड्यूटीज़ जेड़े जेड़े क्वेश्चन आ सकते हैं। बट हुण असी अज दा लैक्चर शुरू करन जा रहे हैं जो कि बहुत इंटरस्टिंग है। मेरे ख्याल नाल वन ऑफ द मोस्ट इंटरस्टिंग लैक्चर है साडा, जिसका नाम है फंडामेंटल राइट्स। जस्ट वेट। नैक्सट जिवें तुहानूं पता है DPSPs भी करने पार्ट 4 का पार्ट है, जिवें पार्ट 4 ऑफ द कॉन्स्टिट्यूशन ऑफ इंडिया DPSPs हुंदे है। 3 प्रिंसीपल्स असी पढ़ांगे DPSPs दे विच। एक हुंदा तुहाडा सोशलिस्ट प्रिंसीपल्स, एक होंगे गांधीयन प्रिंसीपल्स, एक होंगे लिबरल प्रिंसीपल्स। सो इदा असी 3 प्रिंसीपल्स पढ़ांगे, डिवाइड करांगे इनू किहड़े सोशलिस्ट है किहड़े गांधीयन है तो तुहानूं दस्सिया जाएगा। बेसिकली DPSPs दा स्टूडेंट्स मैं तुहानूं वैसे एक छोटा जिहा मीनिंग दस देना, जिद्दां वैलफेयर ऑफ द स्टेट आंदा ना, वेलफेयर ऑफ द स्टेट कौन इंश्योर करता है? DPSPs। तुहानूं क्वेश्चन कई बार डायरैक्ट आ सकता है कि जिहड़ी वैलफेयर मतलब वास्ते जो भी साडे प्रिंसीपल्स कॉन्स्टिट्यूशन च की है वो DPSPs है। वैलफेयर स्टेट क्रिएट करना, लोगों की मदद वास्ते कुछ चीज़ां करनियां। फंडामेंटल राइट्स की है? वो सरकार दे मतलब सरकार नूं रोकदे है कि साडे ते कोई अत्याचार ना हो सके। DPSPs की है? वो फंडामेंटल राइट्स दे बिल्कुल उल्टा है। DPSPs की है? सरकार नूं कहंदी है कि यह चीज़ां तुसीं साडे लई करो। नैक्सट तुहानूं स्लाइड च अज मैं डिफरेंस थोड़ा जिहा दसांगा कि फंडामेंटल राइट्स ते DPSPs च डिफरेंस की है। उस तो बाद असीं प्रोसीड करांगे, बिकॉज तुहानूं पहला बेसिक पता होना चाहिए। मैं जस्ट तुहानूं दसना चाहना कि फंडामेंटल राइट ते DPSPs च की फर्क है। जस्ट वेट। जो तो साडी फंडामेंटल राइट्स है ना, एक होंदी है फंडामेंटल राइट्स, एक होंदी है DPSPs। जेड़े ते फंडामेंटल राइट्स है एक नैगेटिव कंसैप्ट है, नैगेटिव कंसैप्ट है। जो DPSPs है यह साडा पॉजिटिव कंसैप्ट है। हुण तुसीं स्टूडेंट्स पुछोगे कि नैगेटिव पॉजिटिव यह कित्थों आ रहा है साडे इत्थे। नैगेटिव दा मीनिंग है कि फॉर एग्जाम्पल मैं जिद्दां तुहानूं दसदा, फ्रीडम ऑफ स्पीच एंड एक्सप्रैशन, ये साडी फंडामेंटल राइट है। एक आर्टिकल 19 के अंडर आती है, हजे मैं तुहानूं नैक्सट दसांगा, वैसे दस देना। आर्टिकल 19A फ्रीडम ऑफ स्पीच एंड एक्सप्रैशन साडी की है? फंडामेंटल राइट है। ਇਹਦੇ ਵਿੱਚ ਕੀ कह रहा है कि सानू आज़ादी है कुछ भी बोलन दी ते अपनी फीलिंग्स नू एक्सप्रैस करन दी, जो साडी सोच है उन्होंने एक्सप्रैस करन दी। मीनस यह कह रही है कि सानू गवर्नमेंट रोक नहीं सकती बोलन तो, सानू गवर्नमेंट रोक नहीं सकती है अपने आप को एक्सप्रैस करन तो। एक होर तुहानूं एग्जाम्पल देना, फ्रीडम ऑफ मूवमेंट। सानू सरकार बाहर जान तो या घूमन तो रोक नहीं सकती। तो ये बेसिकली देखा जाए की कर रहे हैं,
ਨੈਗੇਟਿਵ ਆ ਰਿਹਾ ਨਾ, ਨਹੀਂ ਕਰ ਸਕਦੀ, ਨਹੀਂ ਕਰ ਸਕਦੀ ਦਾ ਵਰਡ ਆ ਰਿਹਾ, ਉਹਦਾ ਕੀ ਮੀਨਸ ਹੈ, ਨੈਗੇਟਿਵ ਕਨਸੈਪਟ ਹੈ। ਸਾਨੂੰ ਗਵਰਨਮੈਂਟ ਸਾਡੇ ਅਗੇਂਸਟ ਇਹ ਚੀਜ਼ ਨਹੀਂ ਕਰ ਸਕਦੀ, ਸੋ ਇਹ ਨੈਗੇਟਿਵ ਕਨਸੈਪਟ ਆਫ ਰਾਈਟਸ ਹੁੰਦਾ ਫੰਡਾਮੈਂਟਲ ਰਾਈਟਸ। ਹੁਣ ਗੱਲ ਅਸੀਂ ਇਹਨੂੰ ਕੰਪੇਅਰ ਕਰਾਂਗੇ ਡੀਪੀਐਸਪੀਸ ਨਾਲ, ਠੀਕ ਹੈ। ਡੀਪੀਐਸਪੀਸ ਬੇਸਿਕਲੀ ਕੀ ਹੁੰਦਾ, ਪੋਜ਼ਿਟਿਵ। ਪੋਜ਼ਿਟਿਵ ਕਿਵੇਂ ਕਿ ਸਰਕਾਰ ਨੂੰ ਗਰੀਬਾਂ ਵਾਸਤੇ ਕੋਈ ਇਹੋ ਜਿਹੀ ਯੋਜਨਾ ਬਣਾਉਣੀ ਚਾਹੀਦੀ ਹੈ, ਸਰਕਾਰ ਨੂੰ ਕੋਈ ਜਿਹੜੇ ਪੂਅਰ ਲੋਕੀ ਹੈ ਉਹਨਾਂ ਵਾਸਤੇ ਲੀਗਲ ਸਰਵਿਸਿਜ਼ ਨੂੰ ਫ੍ਰੀ ਪ੍ਰੋਵਾਈਡ ਕਰਨਾ ਚਾਹੀਦਾ। ਤੇ ਇਹਦੇ ਵਿੱਚ ਕੀ ਕਰ ਰਹੇ ਆ ਡੀਪੀਐਸਪੀ, ਗਵਰਨਮੈਂਟ ਨੂੰ ਇਨਸਿਸਟ ਕਰ ਰਿਹਾ ਹੈ, ਗਵਰਨਮੈਂਟ ਨੂੰ ਕਹਿ ਰਹੇ ਹੈ ਕਿ ਤੁਸੀਂ ਲੋਕਾਂ ਵਾਸਤੇ ਇਹ ਚੀਜ਼ ਕਰੋ, ਉਹਨਾਂ ਦੇ ਭਲੇ ਵਾਸਤੇ ਇਹ ਚੀਜ਼ ਕਰੋ। ਸੋ ਡਿਫਰੈਂਸ ਆ ਗਿਆ ਨਾ ਇਹਦੇ ਵਿੱਚ। ਡੀਪੀਐਸਪੀ ਕੁਝ ਕਰਨ ਨੂੰ ਕਹਿ ਰਿਹਾ, ਫੰਡਾਮੈਂਟਲ ਰਾਈਟਸ ਰੋਕ ਰਹੀ ਹੈ ਸਰਕਾਰ ਨੂੰ ਕਿ ਇਹ ਚੀਜ਼ ਨਹੀਂ ਕਰਨੀ। ਸੋ ਨੈਗੇਟਿਵ ਕੰਸੈਪਟ ਕਿਹਦੇ ਚ ਆਏਗਾ, ਫੰਡਾਮੈਂਟਲ ਰਾਈਟਸ। ਪੋਜ਼ਿਟਿਵ ਕੰਸੈਪਟ ਕਿਹਦੇ ਚ ਆਏਗਾ, ਡੀਪੀਐਸਪੀਸ। ਡੀਪੀਐਸਪੀ ਦੀ ਜਿਵੇਂ ਐਗਜ਼ਾਮਪਲ ਤੁਹਾਨੂੰ ਦੱਸ ਦੇਣਾ, ਪ੍ਰੋਵਾਈਡਿੰਗ ਫ੍ਰੀ ਲੀਗਲ ਏਡ ਟੂ ਪੂਅਰ, ਠੀਕ ਹੈ। ਇਹ ਬੇਸਿਕਲੀ ਪ੍ਰਿੰਸੀਪਲ ਹੈ ਇੱਕ ਡੀਪੀਐਸਪੀ ਦਾ। ਫਿਰ ਹੋਰ ਵੀ ਅਸੀਂ ਗੱਲ ਕਰ ਸਕਦੇ ਹਾਂ, ਜਿਵੇਂ ਪ੍ਰਮੋਟਿੰਗ ਯੂਨਿਟੀ ਐਂਡ ਇੰਟੈਗ੍ਰਿਟੀ ਐਂਡ ਕਾਮਨ ਬ੍ਰਦਰਹੁੱਡ। ਸੋ ਇਹ ਕੁਝ ਕਰਨ ਨੂੰ ਕਹਿ ਰਹੀ ਹੈ, ਠੀਕ ਹੈ। ਥੋੜੀ ਰਾਈਟਿੰਗ ਦਾ ਇਸ਼ੂ ਹੋਏਗਾ ਸਟੂਡੈਂਟਸ, ਇਟ ਇਜ਼ ਟਫ ਹੁੰਦਾ ਸਾਨੂੰ ਇੱਕ ਟੈਬਲੇਟ ਤੇ ਲਿਖਣ ਲਈ, ਇਸ ਲਈ ਤੁਹਾਨੂੰ ਦਿੱਕਤ ਆ ਰਹੀ ਹੈ, ਬਟ ਅਦਰਵਾਈਜ਼ ਅਸੀਂ ਪੂਰਾ ਟਰਾਈ ਕਰਦੇ ਹਾਂ ਕਿ ਅੱਛੇ ਤਰੀਕੇ ਨਾਲ ਲਿਖਿਆ ਜਾਏ। ਸੋ ਇਹ ਡਿਫਰੈਂਸ ਆ ਜਾਂਦਾ ਫੰਡਾਮੈਂਟਲ ਰਾਈਟਸ ਤੇ ਡੀਪੀਐਸਪੀਸ ਦਾ। ਹੁਣ ਅਸੀਂ ਜੋ ਅੱਜ ਕਰਾਂਗੇ ਸਟਾਰਟ ਫੰਡਾਮੈਂਟਲ ਰਾਈਟਸ ਦੀ ਪਹਿਲੀ ਸਲਾਈਡ, ਤੁਸੀਂ ਧਿਆਨ ਨਾਲ ਸਮਝਣਾ ਇਹਨੂੰ, ਬਿਕੋਜ਼ ਤੁਹਾਡਾ ਬੇਸ ਸਟਰੋਂਗ ਹੋ ਜਾਏਗਾ। ਕੋਈ ਵੀ ਪੇਪਰ ਤੁਸੀਂ ਜਾਓਗੇ ਤੁਹਾਨੂੰ ਐਟਲੀਸਟ ਕ੍ਰੈਮਿੰਗ ਕਰਨ ਦੀ ਲੋੜ, ਰੱਟਾ ਲਗਾਉਣ ਦੀ ਲੋੜ ਨਹੀਂ ਪਏਗੀ ਫੰਡਾਮੈਂਟਲ ਰਾਈਟਸ, ਡਿਊਟੀਜ਼ ਤੇ ਡੀਪੀਐਸਪੀਸ ਬਾਰੇ। ਤੁਹਾਨੂੰ ਕੋਈ ਵੀ ਕੁਐਸਚਨ ਆਏਗਾ ਤੁਸੀਂ ਉਹਨੂੰ ਅਟੈਂਪਟ ਕਰ ਸਕੋਗੇ। ਜੇ ਤੁਹਾਨੂੰ ਕੋਈ ਕਿਸੇ ਚੀਜ਼ ਦਾ ਸਾਰ ਪਤਾ ਹੈ ਨਾ ਕਿ ਉਹ ਬੇਸਿਕਲੀ ਕੀ ਚੀਜ਼ ਹੈ, ਤੇ ਤੁਸੀਂ ਉਹ ਕੁਐਸਚਨ ਨੂੰ ਅਟੈਂਪਟ ਕਰ ਸਕਦੇ ਹੋ। ਜੇ ਤੁਸੀਂ ਇਦਾਂ ਹੀ ਰੱਟਾ ਲਗਾਉਣਾ ਹੈ, ਆਰਟੀਕਲ 13 ਕੀ ਹੈ, ਡੈਫੀਨੇਸ਼ਨ ਹੈ ਫੰਡਾਮੈਂਟਲ ਰਾਈਟ ਦੀ, ਆਰਟੀਕਲ 14 ਕੀ ਹੈ, ਰਾਈਟ ਟੂ ਇਕੁਐਲਿਟੀ ਹੈ, ਆਰਟੀਕਲ 15 ਕੀ ਹੈ, ਡਿਸਕ੍ਰਿਮੀਨੇਸ਼ਨ ਹੈ, ਆਰਟੀਕਲ 16 ਕੀ ਹੈ, ਜਿਹੜੀ ਡਿਸਕ੍ਰਿਮੀਨੇਸ਼ਨ ਨੂੰ ਰੋਕਣਾ ਅਸੀਂ ਪਬਲਿਕ ਇੰਪਲੋਇਮੈਂਟ 'ਚ, 17 ਕੀ ਹੈ ਆਪਣਾ ਅਨਟੱਚੇਬਿਲਿਟੀ ਦੇ ਅਗੇਂਸਟ ਹੈ, 18 ਕੀ ਹੈ, ਅਬੋਲਿਸ਼ਨ ਆਫ ਟਾਈਟਲਸ ਹੈ। ਜੇ ਇਦਾਂ ਹੀ ਮਤਲਬ ਉਹ ਤੇ ਸਾਰਾ ਹੀ ਬੁੱਕ 'ਚ ਪੜ੍ਹ ਸਕਦੇ ਆ ਨਾ, ਠੀਕ ਹੈ ਨਾ। ਸੋ ਇੱਥੇ ਡਿਫਰੈਂਸ ਹੈ ਥੋੜਾ, ਤੁਹਾਨੂੰ ਅਸੀਂ ਪ੍ਰੋਪਰ ਕਨਸੈਪਟ ਕਰਾਣਾ ਕਿ ਐਟਲੀਸਟ ਜੋ ਅਸੀਂ ਚੀਜ਼ ਪੜ੍ਹ ਰਹੇ ਹਾਂ ਸਾਨੂੰ ਕਦੀ ਉਹ ਭੁੱਲੇ ਨਾ। ਨੰਬਰ ਦੇ ਅੱਗੇ ਜੋ ਅਸੀਂ ਨੰਬਰ ਪੜ੍ਹੀਏ ਕੋਈ ਆਰਟੀਕਲ ਦਾ, ਤੇ ਉਹ ਆਪਣੇ ਆਪ ਹੀ ਆਰਟੀਕਲ ਦੇ ਵਿੱਚ ਦਿਖਣਾ ਚਾਹੀਦਾ ਕਿ ਉਹ ਕੀ ਚੀਜ਼ ਹੈ। ਸੋ ਸਟੂਡੈਂਟਸ ਅੱਜ ਦਾ ਹੀ ਸਟਾਰਟ ਕਰਦੇ ਹਾਂ ਫੰਡਾਮੈਂਟਲ ਰਾਈਟ ਦਾ ਪਹਿਲਾ ਲੈਕਚਰ। ਓਕੇ, DPSPs ਇਹ ਤੇ ਨੈਕਸਟ ਆ ਗਿਆ, ਇਸ ਤੋਂ ਬਾਅਦ ਕਰਦੇ ਹਾਂ ਫੰਡਾਮੈਂਟਲ ਰਾਈਟਸ। ਬਹੁਤ ਹੀ ਇੰਪੋਰਟੈਂਟ ਇਨਫੋਰਮੇਸ਼ਨ ਜੋ ਤੁਹਾਡੇ ਪੇਪਰ ਵਾਸਤੇ ਇੰਪੋਰਟੈਂਟ ਹੈ ਉਹੀ ਮੈਂਸ਼ਨ ਕੀਤੀ ਗਈ ਹੈ, ਕੋਈ ਫਾਲਤੂ ਹੋਰ ਚੀਜ਼ ਨਹੀਂ ਮੈਂ ਮੈਂਸ਼ਨ ਕੀਤੀ। ਬਹੁਤ ਇੰਪੋਰਟੈਂਟ ਚੀਜ਼ਾਂ ਨੇ, ਈਚ ਐਂਡ ਐਵਰੀ ਲਾਈਨ ਇੱਕ ਇੰਪੋਰਟੈਂਟ ਹੈ। ਪਲੀਜ਼ ਇਹਨਾਂ ਨੂੰ ਚੰਗੀ ਤਰ੍ਹਾਂ ਰਿਵਾਈਜ਼ ਕਰ ਲਿਓ, ਬਿਕੋਜ਼ ਜਿੱਦਣ ਵੈਡਨਸਡੇ ਨੂੰ ਸਾਡੇ ਅਸੀਂ 100 MCQ ਦਾ ਇੱਕ ਬੰਪਰ ਲੈਕਚਰ ਲੈ ਕੇ ਆਉਣਾ ਤੁਹਾਡੇ ਲਈ, ਉਸ ਦਿਨ ਮੈਂ ਚਾਹੁੰਦਾ ਸਾਰਿਆਂ ਦੇ ਕਮੈਂਟ ਸੈਕਸ਼ਨ ਦੇ ਵਿੱਚ ਵੱਧ ਤੋਂ ਵੱਧ ਆਨਸਰਸ ਆਉਣ। ਸਾਡੀ ਪੂਰੀ ਟੀਮ ਮਿਹਨਤ ਕਰ ਰਹੀ ਹੈ ਉਸ ਚੀਜ਼ ਵਾਸਤੇ। The fundamental rights are enshrined in the part 3 of the Constitution। ਪਹਿਲੀ ਗੱਲ ਤੇ ਤੁਹਾਨੂੰ ਫਸਟ ਯਾਦ ਹੋਣਾ ਚਾਹੀਦਾ ਹੈ, ਬਿਕੋਜ਼ ਇਹ ਬੇਸਿਕ ਕੁਐਸਚਨ ਕਈ ਵਾਰੀ ਆ ਜਾਂਦਾ ਹੈ ਸਿੱਧਾ ਕਿ ਜਿਹੜੀ ਫੰਡਾਮੈਂਟਲ ਰਾਈਟਸ ਹੈ, ਸੌਰੀ ਮੈਂ ਬਲੈਕ ਯੂਜ਼ ਕਰ ਲਾਂ, ਰੈੱਡ ਨੂੰ ਕੰਪਲੇਂਟ ਹੈ ਲੋਕਾਂ ਨੂੰ। ਫੰਡਾਮੈਂਟਲ ਰਾਈਟਸ ਹੈ ਬੇਸਿਕਲੀ ਕੀ ਹੈ, ਪਾਰਟ 3 of the Constitution। ਪਾਰਟ 1 ਐਂਡ ਪਾਰਟ 2 ਮੈਂ ਤੁਹਾਨੂੰ ਵੈਸੇ ਦੱਸ ਦਿੰਨਾ। ਪਾਰਟ 1 ਹੈ ਜਿਹੜਾ ਉਹ ਹੈਗਾ ਯੂਨੀਅਨ, ਮਤਲਬ ਯੂਨੀਅਨ ਟੈਰੀਟਰੀਜ਼ ਜਿਹੜੀਆਂ ਹੁੰਦੀਆਂ ਸਾਡੀਆਂ, ਪਲੱਸ ਸਟੇਟਸ ਐਂਡ ਯੂਨੀਅਨ ਟੈਰੀਟਰੀਜ਼ ਦਾ ਨਾਮ ਕਿਹਦੇ 'ਚ ਲਿਖਿਆ ਹੈ ਪਹਿਲੇ ਇਹਦੇ ਵਿੱਚ ਅਸੀਂ ਦੱਸ ਦਿੰਦੇ ਹਾਂ। ਤੇ ਸੈਕਿੰਡ ਜਿਹੜਾ ਪਾਰਟ ਹੈ ਉਹ ਸਿਟੀਜ਼ਨਸ਼ਿਪ ਦੇ ਬਾਰੇ ਹੈ। ਸਿਟੀਜ਼ਨਸ਼ਿਪ ਅਸੀਂ ਬਾਅਦ ਚੋਂ ਕਰਾਂਗੇ ਦੋਨੋਂ ਟੌਪਿਕਸ, ਬਿਕੋਜ਼ ਥੋੜੇ ਜਿਹੇ ਕਨਸੈਪਚੁਅਲ ਜੇ ਥੋੜੇ ਜਿਹੇ ਕੰਪਲੈਕਸ ਜਿਹੇ ਟੌਪਿਕਸ ਨੇ ਹੈ, ਮੈਂ ਹਜੇ ਤੁਹਾਨੂੰ ਕਨਫਿਊਜ਼ ਨਹੀਂ ਕਰਨਾ ਚਾਹੁੰਦਾ ਇਹਨਾਂ ਚੀਜ਼ਾਂ ਨਾਲ। ਫੰਡਾਮੈਂਟਲ ਰਾਈਟਸ ਪਾਰਟ 3 ਆਰਟੀਕਲ 12 ਤੋਂ ਲੈ ਕੇ 35 ਤੱਕ। Part 3 is described as a Magna Carta of India। So
ਜਿਹੜਾ ਹੁਣ ਇਹ ਕੁਐਸਚਨ ਤੁਹਾਡਾ ਸਿੱਧਾ ਨਿਕਲ ਕੇ ਆਣਾ ਜੇ ਇਹ ਤੁਹਾਨੂੰ ਇੱਥੇ ਲਿਖਿਆ ਹੋਇਆ ਪਾਰਟ 3 ਆਫ ਦਾ ਕਨਸਟੀਟਿਊਸ਼ਨ ਨੂੰ ਅਸੀਂ ਕੀ ਡਿਸਕ੍ਰਾਈਬ ਕਰਦੇ ਹਾਂ ਮੈਗਨਾ ਕਾਰਟਾ ਆਫ ਇੰਡੀਆ। ਸੋ ਸਟੂਡੈਂਟਸ ਬਹੁਤ ਅੱਛੇ ਤਰੀਕੇ ਨਾਲ ਇਸ ਨੂੰ ਤੁਸੀਂ ਲਿਖ ਲਓ ਤੁਹਾਡੇ ਜੋ ਵੀ ਨੋਟਸ ਤੁਸੀਂ ਬਣਾ ਰਹੇ ਹੋ। ਤਾਂ ਫੰਡਾਮੈਂਟਲ ਰਾਈਟਸ ਕਿਹੜੀਆਂ ਨੇ 5 ਤਰ੍ਹਾਂ ਦੀ ਰਾਈਟਸ ਨੇ 6 ਤਰ੍ਹਾਂ ਦੀ। ਇੱਕ ਤਾਂ ਰਾਈਟ ਟੂ ਇਕੁਐਲਿਟੀ ਰਾਈਟਸ ਹੈ ਇਹ 14 ਤੋਂ 18 ਦੇ ਵਿੱਚ ਹੈ। ਫਰੀडम ਰਾਈਟਸ ਹੈ 19 ਤੋਂ 22 ਦੇ ਵਿੱਚ ਹੈ। ਰਾਈਟ ਅਗੇਂਸਟ ਐਕਸਪਲੋਇਟੇਸ਼ਨ 23-24। ਰਾਈਟ ਟੂ ਫਰੀडम ਆਫ ਰਿਲੀਜਨ 25 ਤੋਂ 28। ਕਲਚਰਲ ਐਂਡ ਐਜੂਕੇਸ਼ਨਲ ਰਾਈਟਸ ਆਰਟੀਕਲ 29 ਤੇ 30। ਰਾਈਟ ਟੂ ਕਨਸਟੀਟਿਊਸ਼ਨਲ ਰੈਮੇਡੀਜ਼ ਆਰਟੀਕਲ 32। ਇਹਦਾ ਇੱਕ ਹੋਰ ਨਾਮ ਹੁੰਦਾ ਹੈ ਜੋ ਸਾਰਿਆਂ ਨੇ ਸੁਣਿਆ ਹੋਏਗਾ ਜਿਹਨੂੰ ਅਸੀਂ ਕਹਿੰਦੇ ਆ ਰਿਟਸ। ਅਸੀਂ ਕਹਿੰਦੇ ਆ ਨਾ ਕਿ ਰਿਟ ਪਾਤੀ ठीक है कोई टेस्ट दे कोई रिगार्डिंग कोई सानू इन्फॉर्मेशन या मिस इन्फॉर्मेशन आती है कहने कि असी उस पेपर के अगेंस्ट रिट पै गई है पेपर होना नहीं है। कई इदां दी मिसनॉमर्स चलते साडे ग्रुप्स दे विच फेक न्यूज़ हुंदियां कई तो मोस्टली असी यूज़ करते हैं वर्ड रिट पै गई। तो रिट बेसिकली की है तुहाडी फंडामेंटल राइट दे अगेंस्ट जे कुछ हो रहा ना तो तुसी उहनूं चैलेंज कर सकते हो कोर्ट च ते एक टूल हुंदा चैलेंज करन दा उहनूं रिट कहंदे आ। ਤੇ ਕਨਸਟੀਟਿਊਸ਼ਨਲ ਰੈਮੇਡੀਜ਼ ਰੈਮੇਡੀ ਦਾ ਮਤਲਬ ਕੀ ਹੁੰਦਾ ਹੈ ਰੈਮੇਡੀ ਦੀ ਜਿੰਨੇ ਹੀ ਕਹਿੰਦੇ ਨਾ ਇਸ ਇਹ ਦਵਾਈ ਇਸ ਪ੍ਰੋਬਲਮ ਦੀ ਰੈਮੇਡੀ ਹੈ ਮੀਨਸ ਇਹ ਦਵਾਈ ਇਸ ਚੀਜ਼ ਨੂੰ ਠੀਕ ਕਰ ਸਕਦੀ ਹੈ। ਤੇ ਇਦਾਂ ਹੀ ਆਰਟੀਕਲ 32 ਸਾਡੇ ਹੱਕਾਂ ਵਾਸਤੇ ਹੁੰਦੀ ਹੈ ਜੇ ਹੱਕ ਸਾਡੇ ਖਰਾਬ ਹੁੰਦੇ ਆ ਤੇ ਉਸ ਵਾਸਤੇ ਕੀ ਹੈ ਸਾਡੀ ਆਰਟੀਕਲ 32 ਰਾਈਟ ਟੂ ਕਨਸਟੀਟਿਊਸ਼ਨਲ ਰੈਮੇਡੀਜ਼ ਜਿਹਨੂੰ ਅਸੀਂ ਰਿਟਸ ਕਹਿੰਦੇ ਆ। ਜੇ ਸਟੂਡੈਂਟਸ ਕਿਸੇ ਨੂੰ ਪਤਾ ਹੈ 5 ਰਿਟਸ ਕਿਹੜੀਆਂ ਕਿਹੜੀਆਂ ਪਲੀਜ਼ ਕਮੈਂਟ ਸੈਕਸ਼ਨ 'ਚ ਲਿਖੋ 5 ਰਿਟਸ ਕਮੈਂਟ ਸੈਕਸ਼ਨ 'ਚ। ਅੱਗੇ ਵਧਦੇ ਅਸੀਂ ਸਟੂਡੈਂਟਸ ਹੋਪ ਸੋ ਤੁਸੀਂ ਲਿਖ ਰਹੇ ਹੋ ਨਾਲ ਨਾਲ ਕਮੈਂਟ ਸੈਕਸ਼ਨ 'ਚ। ਓਕੇ ओरिजिनली द कॉन्स्टिट्यूशन ऑल्सो इंक्लूडेड राइट टू प्रॉपर्टी। सुन स्टूडेंट्स पहला की हुंदा सीगा कि राइट्स बाकी राइट्स दे नाल राइट टू प्रॉपर्टी भी एक साडी की सी फंडामेंटल राइट आर्टिकल 31 ਨੂੰ ਕਹਿੰਦੇ ਸੀਗੇ। लेकिन एक 44th अमेंडमेंट 44ਵੀਂ अमेंडमेंट 1978 ਆਂਦੀ ਜਿਹਦੇ ਵਿੱਚ ਅਸੀਂ ਇਸ ਨੂੰ ਫੰਡਾਮੈਂਟਲ ਰਾਈਟ ਨਹੀਂ ਰੱਖਦੇ ਤੇ ਇਹਨੂੰ ਕੀ ਬਣਾ ਦਿੰਨੇ ਅਸੀਂ ਲੀਗਲ ਰਾਈਟ। ਬਹੁਤ ਵਾਰੀ ਪੇਪਰਾਂ 'ਚ ਕੁਐਸਚਨ ਆਇਆ ਕਿ ਜਿਹੜੀ ਸਾਡੀ ਰਾਈਟ ਟੂ ਪ੍ਰੋਪਰਟੀ ਹੈ ਇਜ਼ ਅ ਫੰਡਾਮੈਂਟਲ ਰਾਈਟ ਔਰ ਨਾਟ। आई थिंक हजे तक 80% स्टूडेंट्स है ना राइट टू प्रॉपर्टी नू फंडामेंटल राइट ही लिख के आते हैं। तो मैं नहीं चाहता तुसी उस 80% च आओ, मैं चाहना कि तुसी 20% च आओ। सो 20% लोग की लिखणगे कि राइट टू प्रॉपर्टी की साडी लीगल राइट है नॉट अ फंडामेंटल राइट। सो किहड़ी अमेंडमेंट नाल बनी सीगी 44वीं अमेंडमेंट 44 अमेंडमेंट 1978 ਦੇ ਅਕੋਰਡਿੰਗਲੀ ਸਾਡੀ ਜਿਹੜੀ ਰਾਈਟ ਟੂ ਪ੍ਰੋਪਰਟੀ ਕੀ ਬਣੀ ਸੀਗੀ ਲੀਗਲ ਰਾਈਟ। ਕਿੱਥੋਂ ਚੇਂਜ ਹੋਈ ਸੀਗੀ ਹੈ ਪਹਿਲੇ ਫੰਡਾਮੈਂਟਲ ਰਾਈਟ ਸੀਗੀ ਹੁਣ ਕੀ ਬਣ ਗਈ ਲੀਗਲ ਰਾਈਟ ਬਣ ਗਈ ਹੈ। ठीक है मतलब ਹੁਣ ਇਹਦੇ ਡਿਫਰੈਂਸ ਕੀ ਹੈ ਤੁਸੀਂ ਪੁੱਛੋਗੇ ਸਰ ਲੀਗਲ ਰਾਈਟ ਫੰਡਾਮੈਂਟਲ ਰਾਈਟ ਦਾ ਡਿਫਰੈਂਸ ਕੀ ਹੈ। ਸਿੰਪਲ ਹੈ ਫੰਡਾਮੈਂਟਲ ਰਾਈਟ ਜਦੋਂ ਤੁਹਾਡੀ ਵਾਇਲੇਟ ਹੁੰਦੀ ਹੈ ਨਾ ਤੁਸੀਂ ਸਿੱਧੇ ਕਿੱਥੇ ਜਾ ਸਕਦੇ ਹੋ ਸੁਪਰੀਮ ਕੋਰਟ ਕੋਲ ਜਾ ਸਕਦੇ ਹੋ ਦੀ ਵਾਇਲੇਸ਼ਨ ਵਾਸਤੇ ਤੁਸੀਂ ਸਿੱਧੇ ਅਪਰੋਚ ਕਰ ਸਕਦੇ ਹੋ ਸੁਪਰੀਮ ਕੋਰਟ। ਬਟ ਰਾਈਟ ਟੂ ਪ੍ਰੋਪਰਟੀ ਤੁਹਾਡੀ ਵਾਇਲੇਟ ਹੁੰਦੀ ਹੈ ਯੂ ਕੈਨ ਗੋ ਟੂ ਦ ਲੋਅਰ ਕੋਰਟਸ ਡਾਇਰੈਕਟ ਸੁਪਰੀਮ ਕੋਰਟ ਕੋਲ ਨਹੀਂ ਜਾ ਸਕਦੇ ਹੋ। फंडामेंटल राइट्स बेसिकली की है इनफोर्सेबल इन द कोर्ट ऑफ लॉ। ठीक है जी लीगल राइट्स है इन्हों का थोड़ा जिहा डिफरेंस है। सो राइट टू प्रॉपर्टी इज अ लीगल राइट नॉट अ फंडामेंटल राइट। 4 ऑप्शंस आए सी एक पेपर च ईवन सब इंस्पैक्टर के पेपर च भी एक बार आया सी कि फंडामेंटल जी राइट टू प्रॉपर्टी वो किहड़ी है फंडामेंटल राइट है कॉन्स्टिट्यूशनल राइट है लीगल राइट है एंड अदर राइट है। अदर राइट तो कुछ नहीं हुंदा इट वाज अ लीगल राइट। ठीक है प्रॉपर्टी ਦੇ ਤੁਹਾਨੂੰ ਪਤਾ ਕਿੰਨੇ ਮਸਲੇ ਕੋਰਟ 'ਚ ਚੱਲਦੇ ਹੀ ਹੈ ਨਾ ਕਿਉਂ ਚੱਲਦੇ ਕਿਉਂਕਿ ਉਹ ਲੀਗਲ ਰਾਈਟ ਦੇ ਤੌਰ ਤੇ ਤੁਸੀਂ ਜਾ ਸਕਦੇ ਹੋ ਸੁਪਰੀਮ ਕੋਰਟ ਨੂੰ ਡਾਇਰੈਕਟ ਜਾ ਸਕਦੇ ਹੋ ਜੇ ਤੁਹਾਡੀ ਫੰਡਾਮੈਂਟਲ ਰਾਈਟ ਵਾਇਲੇਟ ਹੋਏਗੀ। ਠੀਕ ਹੈ ਹੁਣ ਲੀਗਲ ਰਾਈਟ ਨੂੰ ਬਣਾਇਆ ਸੀ ਕਿਹਦੇ ਆਰਟੀਕਲ ਦੇ ਅੰਡਰ 300A ਤੇ ਪਾਰਟ ਕਿਹਦੇ 'ਚ ਪਾਤਾ ਇਹਨਾਂ ਨੇ 12 ਆਫ ਦਾ ਕਨਸਟੀਟਿਊਸ਼ਨ। ਇਹਨੂੰ ਰੋਮਨ ਨੰਬਰ 'ਚ ਪਾਰਟ 12 ਕਹਿੰਦੇ ਸਟੂਡੈਂਟਸ ਤੁਸੀਂ ਪਲੀਜ਼ ਧਿਆਨ ਨਾਲ ਪਾਰਟ 12 ਕਹਿੰਦੇ। ਓਕੇ ਹੁਣ ਅਸੀਂ ਕਰਾਂਗੇ ਆਰਟੀਕਲ 13 ਦੀ ਡੈਫੀਨੇਸ਼ਨ। Article 13 of Indian Constitution declare that all the laws that are inconsistent with or in derogation with any of the fundamental rights shall be void। ਮੈਨੂੰ ਪਤਾ ਹੈ ਇੰਗਲਿਸ਼ 'ਚ ਬਹੁਤ ਦਿੱਕਤ ਆਈ ਹੋਣੀ ਹੈ ਤੁਹਾਨੂੰ ਇਹ ਲਾਈਨ ਸੁਣ ਕੇ ਬਟ ਮੈਂ ਤੁਹਾਨੂੰ ਇਹਨੂੰ ਥੋੜਾ ਜਿਹਾ ਐਕਸਪਲੇਨ ਕਰਦਾ। ਆਰਟੀਕਲ 13 ਦਾ ਬੇਸਿਕਲੀ ਕੀ ਮਤਲਬ ਹੈ ਕਿ ਜੇ ਸਪੋਜ਼ ਕਰੋ ਇਹ ਸਰਕਾਰ ਹੈ ਮੈਂ ਤੁਹਾਨੂੰ ਸਿੱਧਾ ਸਮਝਾਣਾ ਹੈ ਕਿ ਇਹ ਸਾਡੀ
ਗਵਰਨਮੈਂਟ ਹੁਣ ਕੀ ਕਰਦੀ ਹੈ, ਇੱਕ ਲਾਅ ਕੱਢਦੀ ਹੈ, ਠੀਕ ਹੈ, ਉਹਦੇ ਨਾਲ ਇੱਕ ਐਕਸ ਪਰਸਨ ਹੈ, ਠੀਕ ਹੈ, ਇਹਦੀ ਜਿਹੜੀ ਫੰਡਾਮੈਂਟਲ ਰਾਈਟ ਹੈ ਨਾ ਉਹ ਕੀ ਹੋ ਰਹੀ ਹੈ, ਵਾਇਓਲੇਟ ਮੀਨਸ ਇਫੈਕਟ ਹੁੰਦੀ ਪਈ ਹੈ ਇਹਦੀ, ਉਹ ਆਪਣੇ ਹੱਕ ਲਈ ਲੜਨਾ ਚਾਹੁੰਦਾ ਹੈ, ਉਹਦੇ ਹੱਕਾਂ ਨੂੰ ਖੋਇਆ ਜਾ ਰਿਹਾ ਉਹਦੇ ਕੋਲੋਂ, ਠੀਕ ਹੈ। ਤੇ ਜਿਹੜਾ ਵੀ ਉਹ ਲਾਅ ਹੋਏਗਾ, ਠੀਕ ਹੈ, ਸਪੋਜ਼ ਕਰੋ ਸੁਪਰੀਮ ਕੋਰਟ ਇੱਥੇ ਬੈਠੀ ਹੈ, ਸੁਪਰੀਮ ਕੋਰਟ ਕੀ ਕਰੇਗੀ, ਇਸ ਲਾਅ ਨੂੰ ਕੀ ਕਰ ਦੇਗੀ, ਖਾਰਿਜ ਕਰ ਦੇਗੀ, ਇਹ ਲਾਅ ਕੀ ਹੋ ਜਾਏਗਾ, ਖਤਮ ਹੋ ਜਾਏਗਾ, ਠੀਕ ਹੈ। ਸੋ ਜੇ ਸਾਡੀ ਫੰਡਾਮੈਂਟਲ ਰਾਈਟ ਵਾਇਓਲੇਟ ਹੁੰਦੀ ਹੈ ਤੇ ਉਹ ਲਾਅ ਨਹੀਂ ਐਗਜ਼ਿਸਟ ਕਰ ਸਕਦਾ, ਉਹ ਲਾਅ ਖਤਮ ਹੋ ਜਾਏਗਾ, ਖਾਰਿਜ ਹੋ ਜਾਏਗਾ। ਆਰਟੀਕਲ 13 ਨੇ ਇਹ ਲਿਖ ਕੇ ਦੱਸਿਆ ਹੋਇਆ। ਜੋ ਵੀ ਪਾਰਟ 3 ਚ ਫੰਡਾਮੈਂਟਲ ਸਾਡੀਆਂ ਰਾਈਟਸ ਨੇ, ਜਿਵੇਂ ਇਕੁਐਲਿਟੀ ਰਾਈਟਸ, ਠੀਕ ਹੈ, ਜਿਵੇਂ ਕਿ ਡਿਸਕ੍ਰਿਮੀਨੇਸ਼ਨ ਰਾਈਟਸ। ਮੈਂ ਤੁਹਾਨੂੰ ਐਗਜ਼ਾਮਪਲ ਦੇਣਾ ਸਟੂਡੈਂਟਸ, ਜਿਵੇਂ ਸਪੋਜ਼ ਕਰੋ ਇੱਕ ਬੰਦਾ ਹੈ, ਇੱਕ ਪਬਲਿਕ ਯੂਟਿਲਿਟੀ ਹੈ, ਇੱਕ ਪਬਲਿਕ ਪਲੇਸ ਹੈ, ਇੱਕ ਪਬਲਿਕ ਪਾਰਕ ਹੈ, ਠੀਕ ਹੈ, ਉੱਥੇ ਇੱਕ ਬਾਹਰ ਇੱਕ ਗਾਰਡ ਲੱਗਾ ਹੋਇਆ ਹੈ, ਉਹ ਨਾਰਮਲ ਲੋਕਾਂ ਨੂੰ ਅੰਦਰ ਜਾਣ ਦੇ ਰਿਹਾ, ਬਟ ਉੱਥੇ ਇੱਕ ਬੰਦਾ ਆਉਂਦਾ ਹੈ, ਕੋਈ ਕਮਿਊਨਿਟੀ ਦੂਸਰੀ ਕਮਿਊਨਿਟੀ ਦਾ ਆਉਂਦਾ ਹੈ, ਉਹ ਕਹਿੰਦਾ ਮੈਂ ਜਾਣਾ ਹੈ, ਪਰ ਗਾਰਡ ਕਹਿੰਦਾ ਨਹੀਂ, ਮੈਂ ਤੈਨੂੰ ਨਹੀਂ ਜਾਣ ਦੇਣਾ ਅੰਦਰ। ਕਿਉਂ? ਕਿਉਂਕਿ ਤੂੰ ਨਾ ਇਸ ਕਮਿਊਨਿਟੀ ਤੋਂ ਬਿਲੋਂਗ ਕਰਦਾ ਹੈ, ਤੂੰ ਇਸ ਜਾਤ ਤੋਂ ਬਿਲੋਂਗ ਕਰਦਾ ਹੈ, ਠੀਕ ਹੈ। ਤੇ ਇਹ ਕੀ ਹੈ, ਬੇਸਿਕਲੀ ਇਹ ਫੰਡਾਮੈਂਟਲ ਰਾਈਟ ਦੀ ਵਾਇਓਲੇਸ਼ਨ ਹੈ। ਕਿਉਂ? ਕਿਉਂਕਿ ਉਹ ਕੀ ਕਰ ਰਿਹਾ, ਬੰਦਾ ਡਿਸਕ੍ਰਿਮੀਨੇਸ਼ਨ ਕਰ ਰਿਹਾ ਔਨ ਦਾ ਬੇਸਿਸ ਆਫ ਕੀ, ਕਾਸਟ, ਕਰੀਡ, ਸੈਕਸ, ਬਰਥ, ਪਲੇਸ। 5 ਕੰਡੀਸ਼ਨਸ ਹੁੰਦੀਆਂ, ਉਹਨਾਂ ਵਿੱਚੋਂ ਇੱਕ ਆ ਗਈ ਕਾਸਟ, ਕਮਿਊਨਿਟੀ। ਸੋ ਡਿਸਕ੍ਰਿਮੀਨੇਸ਼ਨ ਅਸੀਂ ਨਹੀਂ ਕਰ ਸਕਦੇ ਕਿਸੇ ਦੇ ਅਗੇਂਸਟ, ਠੀਕ ਹੈ। ਪਬਲਿਕ ਪਾਰਕ ਹੈ, ਜਾਣ ਦਾ ਹੱਕ ਹੈ, ਸਾਰਿਆਂ ਨੂੰ ਜਾਣ ਦਾ ਹੱਕ ਹੈ। ਅਸੀਂ ਬੈਗਰਸ ਤੋਂ ਲੈ ਕੇ, ਭਿਖਾਰੀ ਤੋਂ ਲੈ ਕੇ, ਨਾਰਮਲ ਬੰਦੇ ਤੋਂ ਲੈ ਕੇ ਕਿਸੇ ਨੂੰ ਨਹੀਂ ਰੋਕ ਸਕਦੇ ਇੱਕ ਪਬਲਿਕ ਪਲੇਸ ਤੋਂ ਜਾਣ ਤੋਂ। ਬਟ ਜੇ ਉਹਦੀ ਉਹ ਰਾਈਟ ਵਾਇਓਲੇਟ ਹੁੰਦੀ ਹੈ, ਉਹ ਡਿਸਕ੍ਰਿਮੀਨੇਸ਼ਨ ਉਹਦੇ ਅਗੇਂਸਟ ਹੁੰਦੀ ਹੈ, ਉਹ ਕਿੱਥੇ ਜਾ ਕੇ ਚੈਲੰਜ ਕਰ ਸਕਦਾ ਇਸ ਚੀਜ਼ ਨੂੰ? ਸੁਪਰੀਮ ਕੋਰਟ 'ਚ ਚੈਲੰਜ ਕਰ ਸਕਦਾ ਹੈ, ਠੀਕ ਹੈ। ਸਪੋਜ਼ ਕਰੋ ਕੋਈ ਲਾਅ ਆਉਂਦਾ, ਉਸ ਲਾਅ ਦੇ ਅਕੋਰਡਿੰਗਲੀ ਕੀ ਹੁੰਦਾ ਹੈ, ਅੱਜ ਤੋਂ ਬਾਅਦ ਜਿਹੜੇ ਅਸੀਂ ਲੋਕੀ ਆ ਧਰਨੇ ਨਹੀਂ ਦੇ ਸਕਦੇ। ਹੁਣ ਰਾਈਟ ਟੂ ਅਸੈਂਬਲ ਪੀਸਫੁਲੀ ਵਿਦਾਊਟ ਆਰਮਸ ਇਜ਼ ਆਰ ਕੀ ਫੰਡਾਮੈਂਟਲ ਰਾਈਟ। ਪੰਜਾਬੀ 'ਚ ਸੁਣ ਲਓ, ਇਕੱਠੇ ਹੋਣਾ, ਧਰਨਾ ਲਾਣਾ, ਲੇਕਿਨ ਬਿਨਾਂ ਹਥਿਆਰ ਦੇ ਸਾਡਾ ਹੱਕ ਹੈ। ਜੇ ਕੋਈ ਚੀਜ਼ ਸਾਨੂੰ ਨਹੀਂ ਪਸੰਦ, ਠੀਕ ਹੈ, ਤੇ ਅਸੀਂ ਜਾ ਕੇ ਕੀ ਕਰ ਸਕਦੇ ਹਾਂ, ਧਰਨਾ ਲਾ ਸਕਦੇ ਹਾਂ, ਬਟ ਅਸੀਂ ਕਦੀ ਵੀ ਉਸ ਨੂੰ ਕਰ ਨਹੀਂ ਸਕਦੇ ਵਿਦਾਊਟ ਆਰਮਸ ਨਹੀਂ ਚੁੱਕ ਸਕਦੇ ਅਸੀਂ, ਠੀਕ ਹੈ। ਸੋ ਪੀਸਫੁਲੀ ਵਿਦਾਊਟ ਆਰਮਸ ਹੀ ਅਸੀਂ ਇਕੱਠੇ ਹੋਣਾ ਹੈ। ਜੇ ਸਪੋਜ਼ ਕਰੋ ਪੀਸਫੁਲੀ ਕੋਈ ਇਕੱਠੇ ਹੋਇਆ ਤੇ ਉੱਥੇ ਲਾਠੀ ਚਾਰਜ ਹੋ ਜਾਏ ਕਿ ਨਹੀਂ ਤੁਸੀਂ ਇਕੱਠੇ ਨਹੀਂ ਹੋ ਸਕਦੇ, ਅਸੀਂ ਤੁਹਾਨੂੰ ਧਰਨਾ ਨਹੀਂ ਲਾਉਣ ਦੇਣਾ, ਸਾਡੀ ਫੰਡਾਮੈਂਟਲ ਰਾਈਟ ਦੀ ਵਾਇਓਲੇਸ਼ਨ ਹੈ, ਤੇ ਉਹ ਜਿਹੜਾ ਲਾਅ ਕੀ ਹੋ ਜਾਏਗਾ, ਸਟਕ ਹੋ ਜਾਏਗਾ, ਖਤਮ ਕਰ ਦੇਗਾ। ਤੇ ਖਤਮ ਕਿਹਨੇ ਕਰਨਾ ਹੈ? ਸੁਪਰੀਮ ਕੋਰਟ ਨੇ। ਕਿਉਂ? ਕਿਉਂਕਿ ਉਹ ਗਾਰਡੀਅਨ ਕਿਹਦੀ ਹੈ? ਸਾਡੀ ਕਨਸਟੀਟਿਊਸ਼ਨ ਦੀ ਹੈ। ਸੁਪਰੀਮ ਕੋਰਟ ਇਜ਼ ਦ ਗਾਰਡੀਅਨ ਆਫ ਦ ਕਨਸਟੀਟਿਊਸ਼ਨ। ਕੁਐਸਚਨ ਆ ਸਕਦਾ ਹੈ, ਤੇ ਜਿਹੜੀ ਗਾਰਡੀਅਨ ਆਫ ਦ ਕਨਸਟੀਟਿਊਸ਼ਨ ਉਹਨੇ ਫੰਡਾਮੈਂਟਲ ਰਾਈਟ ਨੂੰ ਵੀ ਬਚਾਉਣਾ ਹੈ। ਸੋ ਸਟੂਡੈਂਟਸ, ਅਸੀਂ ਨੈਕਸਟ ਚੱਲਦੇ ਹਾਂ ਸਲਾਈਡ ਦੇ ਵਿੱਚ। ਸੋ ਫੀਚਰਸ ਆਫ ਦ ਫੰਡਾਮੈਂਟਲ ਰਾਈਟਸ, ਠੀਕ ਹੈ ਸਟੂਡੈਂਟਸ। ਅਸੀਂ ਹੁਣ ਨੈਕਸਟ ਕਲਾਸ 'ਚ ਕਰਾਂਗੇ ਕਿ ਸਾਡੇ ਕਿਹੜੇ ਫੀਚਰਸ ਨੇ ਫੰਡਾਮੈਂਟਲ ਰਾਈਟਸ ਦੇ, ਤੇ ਉਸ ਤੋਂ ਬਾਅਦ ਅਸੀਂ ਜਾਵਾਂਗੇ ਕਿ ਫੰਡਾਮੈਂਟਲ ਰਾਈਟਸ ਕਿਹੜੀ ਤਰ੍ਹਾਂ ਦੀਆਂ ਹੁੰਦੀਆਂ ਨੇ, ਜਿਹੜੇ ਚਾਹੀ ਇਕੁਐਲਿਟੀ ਰਾਈਟਸ, ਫਰੀडम ਰਾਈਟਸ, ਰਿਲੀਜੀਅਸ ਰਾਈਟਸ, ਤੇ ਜਿਹੜੀ ਸਾਡੀ ਮਾਈਨੋਰਿਟੀ ਰਾਈਟਸ, ਇਹਨਾਂ ਨੂੰ ਡਿਸਕਸ ਕਰਨਾ, ਤੇ ਐਜੂਕੇਸ਼ਨ ਰਾਈਟਸ। ਇਹ 5 ਰਾਈਟਸ ਨੂੰ ਡਿਸਕਸ ਕਰਨਾ ਹੀ ਨੈਕਸਟ ਲੈਕਚਰ 'ਚ। ਹੋਪ ਸੋ ਤੁਹਾਨੂੰ ਅੱਜ ਦਾ ਲੈਕਚਰ ਪਸੰਦ ਆਇਆ। ਬਾਕੀ ਜੋ ਇਨਫੋਰਮੇਸ਼ਨ ਤੁਹਾਨੂੰ ਦਿੱਤੀ ਹੈ, ਤੁਸੀਂ ਪਲੀਜ਼ ਜਲਦੀ ਤੋਂ ਜਲਦੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਠੀਕ ਹੈ, ਸ਼ੇਅਰ ਕਰੋ ਵੱਧ ਤੋਂ ਵੱਧ, ਤਾਂ ਕਿ ਹਰ ਕਾਰਨਰ ਜਿਹੜੇ ਸਾਡੇ ਪੰਜਾਬ ਦੇ ਬੱਚੇ ਟੈਸਟ ਦੇ ਰਹੇ ਵੱਧ ਤੋਂ ਵੱਧ ਇਨ ਵੀਡੀਓਜ਼ ਨੂੰ ਦੇਖ ਸਕਣ। ਅਸੀਂ ਇਹ ਕੰਟੈਂਟ ਕਿਸੇ ਵੀ ਇੰਸਟੀਚਿਊਟ ਨਾਲੋਂ ਵੱਧ ਹੀ ਦੇ ਰਹੇ ਹਾਂ। ਕੋਈ ਇੰਸਟੀਚਿਊਟ ਨਹੀਂ ਹੈ ਇਸ ਟਾਈਮ, ਮਤਲਬ ਪੈਸੇ ਲੈ ਕੇ ਵੀ ਨਹੀਂ ਕਰਵਾ ਸਕਦਾ ਜਿੰਨਾ ਅਸੀਂ ਤੁਹਾਨੂੰ ਕੰਟੈਂਟ ਇੱਥੇ ਦੇ ਰਹੇ ਹਾਂ। ਕਿਉਂ? ਕਿਉਂਕਿ ਅਸੀਂ ਇੱਕ ਬੀੜਾ ਚੁੱਕਿਆ, ਉਹਨੂੰ ਹੀ ਪੂਰਾ ਕਰਨਾ ਹੈ। ਸੋ ਪਲੀਜ਼ ਤੁਸੀਂ ਸਬਸਕ੍ਰਾਈਬ, ਸ਼ੇਅਰ ਜ਼ਰੂਰ ਕਰੋ ਵੱਧ ਤੋਂ ਵੱਧ। ਕਮੈਂਟ ਜਿਹੜੇ ਵੀ ਮੈਂ ਤੁਹਾਨੂੰ ਪੁੱਛਦਾ ਰੈਗੂਲਰ ਕਰਿਆ ਕਰੋ, ਹੋਮਵਰਕ ਕੰਪਲੀਟ ਕਰਿਆ ਕਰੋ, ਤੇ ਸਾਡੇ ਟੈਲੀਗ੍ਰਾਮ ਚੈਨਲ ਨੂੰ ਜਲਦੀ ਤੋਂ ਜਲਦੀ ਜੁਆਇਨ ਕਰੋ ਜੇ ਤੁਹਾਨੂੰ ਫ੍ਰੀ ਸਟੱਫ ਚਾਹੀਦਾ। ਜਿੰਨਾ ਵੀ ਅਸੀਂ ਕਰਵਾ ਰਹੇ ਹਾਂ ਤੁਹਾਨੂੰ ਉਹਦੇ ਵਿੱਚ ਸਟੱਫ ਮਿਲ ਜਾਂਦਾ। ਹੋਪ ਸੋ ਯੂ ਹੈਵ ਅ ਨਾਈਸ ਡੇ। ਦਿਸ ਇਜ਼ ਸੰਕਲਪ ਗੁਪਤਾ ਫਰੋਮ ਮਾਈ ਸਾਈਡ। ਜੈ ਹਿੰਦ।